सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत वर्दी। बुलेटिन की शुरुआत करते हैं वड्डी खबर दे नाल। तां अज 30 किसान जथेबंदियां दी चंडीगढ़ दे विच अहम मीटिंग होण जा रही है। जी हां, चंडीगढ़ दे विच मीटिंग होवेगी। दिल्ली जाण दे बारे रणनीति घड़ी जावेगी। 26 ते 27 नवंबर नूं दिल्ली कराओ दा प्रोग्राम किसानां वल्लों उलीकिया गया है। खेती कानूनां दा विरोध किसान लगातार कर रहे ने। केंद्र दे नाल 2 मीटिंगां हुईयां पर कोई हल मीटिंग दे विच नहीं निकलिया, कोई सिट्टा नहीं निकलिया। ज्यों दी त्यों उस तरह किसान कह रहे ने कि साडी समस्या बरकरार है। किसान बेजिद ने हुण दिल्ली जाण दे लई। तां हुण वड्डा सवाल यही है कि जिस तरह दा माहौल है उस दे विच किसान दिल्ली तक पहुंच पाउणगे या फिर नहीं, क्योंकि दिल्ली सरकार पहला ही कोरोना दे वध रहे केसां दे कारण चिंतित है। दिल्ली दे विच बाहरले सूबिਆਂ ਤੋਂ ਆਉਣ ਵਾਲੇ ਲੋਕਾਂ ਤੇ ਪਾਬੰਦੀ ਲਗਾਉਣ ਦੀ ਤਿਆਰੀ ਦੇ ਵਿੱਚ ਹੈ ਤੇ ਅਜਿਹੇ ਦੇ ਵਿੱਚ ਇੰਨੇ ਵੱਡੇ ਇਕੱਠ ਨੂੰ ਦਿੱਲੀ ਦੇ ਵਿੱਚ ਜ਼ਾਹਿਰ ਤੌਰ ਤੇ ਐਂਟਰੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਦਿੱਲੀ ਜਾਣ ਦੀ ਕੋਸ਼ਿਸ਼ ਜਦੋਂ ਵੀ ਹੋਈ ਹੈ, ਚਾਹੇ ਉਹ ਲੋਕ ਇਨਸਾਫ ਪਾਰਟੀ ਹੋਵੇ, ਕਾਂਗਰਸ ਹੋਵੇ ਜਾਂ ਕਿਸਾਨ ਜਥੇਬੰਦੀਆਂ ਹੋਣ, ਸ਼ੰਭੂ ਬੈਰੀਅਰ ਤੇ ਹੀ ਸਭ ਨੂੰ ਰੋਕ ਲਿਆ ਗਿਆ। ਤਾਂ ਸਵਾਲ ਇਹੀ ਹੈ ਕਿ ਕੀ ਕਿਸਾਨ ਜਥੇਬੰਦੀਆਂ ਪਹੁੰਚ ਪਾਉਣਗੀਆਂ, ਕਿਉਂਕਿ ਕਿਸਾਨ ਵੀ ਪੂਰੀ ਤਰ੍ਹਾਂ ਆਰ-ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਨੇ ਕਿ ਜੇਕਰ ਰੋਕਿਆ ਗਿਆ ਤਾਂ ਜਿੱਥੇ ਰੋਕਿਆ ਗਿਆ ਉੱਥੇ ਹੀ ਧਰਨਾ ਲਗਾ ਦੇਵਾਂਗੇ। ਤਾਂ ਅੱਜ ਕਿਸਾਨ ਆਪਣੀ ਰਣਨੀਤੀ ਬਣਾਉਣਗੇ ਦਿੱਲੀ ਜਾਣ ਬਾਰੇ। ਤਾਂ ਖੇਤੀ ਕਾਨੂੰਨਾਂ ਤੇ 2 ਵਾਰ ਕੇਂਦਰ ਨਾਲ ਗੱਲਬਾਤ ਹੋਈ ਹੈ ਪਰ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਚਲੋ ਦਾ ਸੱਦਾ ਦਿੱਤਾ ਗਿਆ ਹੈ। ਦਿੱਲੀ 'ਚ ਅਜੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮਿਲੀ ਪਰ ਕਿਸਾਨ ਦਿੱਲੀ ਘੇਰਨ ਦੇ ਲਈ ਪੂਰੀ ਤਰ੍ਹਾਂ ਬਾਜ਼ਦ ਨੇ। खेती कानूनां ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਰੇੜਕਾ ਜਾਰੀ ਹੈ। ਪੰਜਾਬ ਦੇ ਕਿਸਾਨਾਂ ਦੀ ਕੇਂਦਰ ਦੇ ਨਾਲ 2 ਵਾਰ ਮੀਟਿੰਗ ਬੇਸਿੱਟਾ ਰਹੀ ਹੈ ਅਤੇ ਹੁਣ ਕਿਸਾਨਾਂ ਨੇ ਦਿੱਲੀ ਕੂਚ ਕਰਨ ਦੀ ਯੋਜਨਾ ਬਣਾਈ ਹੈ। ਪਰ ਦਿੱਲੀ ਵਿੱਚ ਕਈ ਥਾਵਾਂ ਤੇ ਧਾਰਾ 144 ਲਾਗੂ ਹੈ। ਧਰਨੇ ਪ੍ਰਦਰਸ਼ਨ ਤੇ ਰੋਕ ਲੱਗੀ ਹੋਈ ਹੈ। ਤਾਂ ਅਜਿਹੇ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਦਿੱਲੀ ਧਰਨਾ ਦੇਣ ਜਾਣਗੇ ਅਤੇ ਜਿੱਥੇ ਵੀ ਉਹਨਾਂ ਨੂੰ ਰੋਕ ਲਿਆ ਗਿਆ ਉੱਥੇ ਹੀ ਅਣਮਿੱਥੇ ਸਮੇਂ ਦੇ ਲਈ ਧਰਨੇ ਤੇ ਬੈਠ ਜਾਣਗੇ। ਜੇ ਹਰਿਆਣਾ ਦੇ ਵਿੱਚ ਐਂਟਰੀ ਨਾ ਦਿੱਤੀ ਗਈ ਤਾਂ ਉਹ ਬਾਰਡਰ ਤੇ ਹੀ ਧਰਨਾ ਦੇਣਗੇ। ਕਿਉਂਕਿ ਜਦੋਂ 26 ਨੂੰ ਅਸੀਂ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਤੇ ਉਸ ਦਿਨ ਸਾਨੂੰ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਦਿੱਲੀ 'ਚ ਰੈਲੀ ਕਰਨ ਦੀ। ਅਸੀਂ ਫੈਸਲਾ ਕੀਤਾ, ਕਹੇ ਹਾਂ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਕਿ ਅਸੀਂ ਜਿੱਥੇ ਸਾਨੂੰ ਰੋਕੋਗੇ ਅਸੀਂ ਉੱਥੇ ਅਣਮਿੱਥੇ ਸਮੇਂ ਲਈ ਦਿੱਲੀ ਨੂੰ ਘੇਰ ਕੇ ਬੈਠ ਜਾਵਾਂਗੇ। ਰਾਜੇਵਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਜਥੇਦਾਰ ਕਿਸਾਨੀ ਅੰਦੋਲਨ ਦੇ ਦੌਰਾਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਨ ਤਾਂ ਜੋ ਅੰਦੋਲਨ ਦੇ ਵਿੱਚ ਕੋਈ ਗੜਬੜ ਨਾ ਹੋਵੇ ਅਤੇ ਜੋ ਕੋਈ ਵੀ ਅੰਦੋਲਨ ਦੇ ਵਿੱਚ ਸ਼ਾਮਲ ਹੋਵੇ ਕਿਸਾਨੀ ਝੰਡੇ ਦੇ ਹੇਠ ਸ਼ਾਮਲ ਹੋਵੇ। ਸਾਡੇ ਅੰਦੋਲਨ ਦੀ ਹਮਾਇਤ ਲਈ ਸਿੱਖ ਜਗਤ ਨੂੰ ਅਪੀਲ ਕੀਤੀ ਸੀ। ਅਸੀਂ ਇੱਕ ਤਾਂ ਉਹਨਾਂ ਦਾ ਧੰਨਵਾਦ ਕੀਤਾ, ਦੂਜਾ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਇੱਕ ਅਪੀਲ ਹੋਰ ਕਰੋ। ਹੁਣ ਤੱਕ ਸਾਡਾ ਅੰਦੋਲਨ ਐਡਾ ਲੰਬਾ ਪੌਣੇ 2 ਮਹੀਨੇ ਦਾ ਚੱਲਣ ਦੇ ਬਾਵਜੂਦ ਇਹ ਪੀਸਫੁਲ ਰਿਹਾ। ਉਹਨਾਂ ਦੇ ਅੰਦੋਲਨ ਤੋਂ ਬਾਅਦ ਹੋ ਸਕਦਾ ਪੋਲੀਟੀਕਲ ਪਾਰਟੀਆਂ ਭੱਜਣ। ਅਸੀਂ ਸਾਡਾ ਇੱਕ ਕਸੂਰ ਰਿਹਾ ਵੀ ਪੋਲੀਟੀਕਲ ਪਾਰਟੀਆਂ ਨਾਲ ਅਸੀਂ ਸਟੇਜ ਸ਼ੇਅਰ ਨਹੀਂ ਕਰਦੇ। ਜੇ ਕਿਸੇ ਨੇ ਹਮਾਇਤ ਕਰਨੀ ਉਹ ਆਉਂਦਾ ਹੈ, ਅਸੀਂ ਉਹਦਾ ਧੰਨਵਾਦ ਕਰਦੇ, ਪਰ ਉਹ ਇੱਕ ਆਮ ਕਿਸਾਨ ਵਾਂਗ ਆ ਕੇ ਸਾਡੇ 'ਚ ਬੈਠ ਸਕਦਾ ਹੈ। ਖੇਤੀ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਨੇ ਪਰ ਰਾਜੇਵਾਲ ਦੀ ਇਹ ਅਪੀਲ ਕਈ ਸ਼ੰਕੇ ਪੈਦਾ ਕਰ ਗਈ ਕਿ ਕੀ ਕਿਸਾਨ ਜਥੇਬੰਦੀਆਂ ਨੂੰ ਇਸ ਅੰਦੋਲਨ ਦੇ ਵਿੱਚ ਕੋਈ ਗੜਬੜ ਹੋਣ ਦਾ ਸ਼ੱਕ ਹੈ ਜਾਂ ਫਿਰ ਉਹਨਾਂ ਨੂੰ ਕੋਈ ਖਦਸ਼ਾ ਹੈ ਕਿ ਕਿਸਾਨ ਅੰਦੋਲਨ ਨੂੰ ਹਾਈਜੈਕ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। ਤਾਂ ਕਿਸਾਨ ਦਿੱਲੀ ਜਾਣ ਦੀ ਪੂਰੀ ਤਿਆਰੀ ਦੇ ਵਿੱਚ ਨੇ। ਕਿਸਾਨਾਂ ਨੇ ਦਿੱਲੀ ਚਲੋ ਦੇ ਲਈ ਤਿਆਰੀਆਂ ਵਿੱਢ ਦਿੱਤੀਆਂ ਨੇ। ਹਰ ਪਿੰਡ ਹਰ ਕਸਬੇ 'ਚ ਕਿਸਾਨ ਜਥੇਬੰਦੀਆਂ ਦਿੱਲੀ ਚਲੋ ਪ੍ਰੋਗਰਾਮ ਦੇ ਲਈ ਕਿਸਾਨਾਂ ਨੂੰ ਲਾਂਭਤ ਕਰ ਰਹੀਆਂ ਨੇ। 5 ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਮਲੋਟ, ਮੋਗਾ, ਬਰਨਾਲਾ, ਰਾਮਪੁਰਾ ਫੂਲ ਤੇ ਸਮਾਣਾ, ਜਿੱਥੇ ਕਿਸਾਨਾਂ ਨੇ ਕਿਤੇ ਨੁੱਕੜ ਮੀਟਿੰਗਾਂ ਤਾਂ ਕਿਤੇ ਰੈਲੀਆਂ ਕਰਕੇ, ਕਿਤੇ ਝੰਡਾ ਮਾਰਚ ਕਰਕੇ 26 ਤੇ 27 ਨਵੰਬਰ ਦੇ ਪ੍ਰੋਗਰਾਮ ਦੇ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਤੇ ਵੱਧ ਤੋਂ ਵੱਧ ਦਿੱਲੀ ਚਲੋ ਦਾ ਜੋ ਪ੍ਰੋਗਰਾਮ ਹੈ ਉਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਕਿਸਾਨ ਜਥੇਬੰਦੀਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਕਿਸਾਨ ਮੋਦੀ ਸਰਕਾਰ ਮੁਰਦਾਬਾਦ। ਤੇ ਗੱਲ ਕਰਦੇ ਹਾਂ ਮੰਡੀ ਬੋਰਡ ਦੀ, ਜਿਸ ਨੇ ਪੰਜਾਬ ਦੇ ਵਿੱਚ ਨਵੇਂ ਖੇਤੀ ਕਾਨੂੰਨ ਲਾਗੂ ਕੀਤੇ ਨੇ। ਇਹ ਸਵਾਲ ਇਸ ਲਈ ਖੜਾ ਹੋ ਰਿਹਾ ਹੈ ਕਿਉਂਕਿ ਹੁਣ
बिना लाइसेंस बिना फीस खरीद हो रही है। किन्नू ਦੀ ਖਰੀਦ ਹੋ ਰਹੀ ਸੀ। ਅਬੋਹਰ ਖੇਤਰ ਦੇ ਵਿੱਚ 3 ਸਾਲ ਤੋਂ ਖਰੀਦ ਹੋ ਰਹੀ ਸੀ। ਹਿਮਾਚਲ ਦੀ ਫਰਮ ਮੰਡੀ ਬੋਰਡ ਨੂੰ ਇੰਨੇ ਲੰਬੇ ਸਮੇਂ ਤੋਂ ਚੂਨਾ ਲਗਾ ਰਹੀ ਸੀ। ਫੀਸ ਮੰਗੀ ਤਾਂ ਫਰਮ ਨੇ ਨਵੇਂ ਕਾਨੂੰਨਾਂ ਦਾ ਹਵਾਲਾ ਦਿੱਤਾ। ਜੁਲਾਈ ਦੇ ਵਿੱਚ ਮੰਡੀ ਬੋਰਡ ਨੇ ਵੀ ਨਵੇਂ ਕਾਨੂੰਨਾਂ ਤਹਿਤ ਫੀਸ ਮਾਫ ਕੀਤੀ ਸੀ। ਹੁਣ ਪੰਜਾਬ ਸਰਕਾਰ ਕੇਂਦਰ ਦੇ ਨਵੇਂ ਕਾਨੂੰਨਾਂ ਦੇ ਵਿੱਚ ਸੋਧ ਕਰ ਚੁੱਕੀ ਹੈ, ਪਰ ਅਬੋਹਰ ਮਾਰਕੀਟ ਦੇ ਵਿੱਚ ਜਦੋਂ ਫੀਸ ਮੰਗੀ ਗਈ ਤਾਂ ਉੱਥੇ ਨਵੇਂ ਖੇਤੀ ਕਾਨੂੰਨਾਂ ਦਾ ਹਵਾਲਾ ਦਿੱਤਾ ਗਿਆ। ਹੁਣ ਅਬੋਹਰ ਮਾਰਕੀਟ ਕਮੇਟੀ ਨੇ ਫਰਮ ਨੂੰ ਨੋਟਿਸ ਭੇਜਿਆ ਹੈ, ਪਰ ਸਵਾਲ ਇਹ ਹੈ ਕਿ ਕੀ ਮੰਡੀ ਬੋਰਡ ਹੁਣ ਫਰਮ ਤੋਂ ਮੰਡੀ ਫੀਸ ਵਸੂਲੇਗਾ ਕਿ ਮੰਡੀ ਬੋਰਡ ਨਵੇਂ ਕਾਨੂੰਨਾਂ ਤੋਂ ਪਹਿਲਾਂ ਦੇ ਸਮੇਂ ਦੀ ਫੀਸ ਵਸੂਲੇਗਾ। ਕਰੀਬ 3 ਕਰੋੜ ਦੀ ਮੰਡੀ ਫੀਸ ਦਾ ਨੁਕਸਾਨ ਹੋਇਆ ਹੈ, ਕਿਉਂਕਿ 3 ਸਾਲ ਤੋਂ ਬਿਨਾਂ ਲਾਇਸੈਂਸ ਤੇ ਫੀਸ ਦੇ ਬਿਨਾਂ ਖਰੀਦ ਹੁੰਦੀ ਰਹੀ। ਪਰ ਇਹ ਖਰੀਦ ਕਿਵੇਂ ਹੁੰਦੀ ਰਹੀ, ਇਹ ਵੱਡਾ ਸਵਾਲ ਜ਼ਰੂਰ ਹੈ ਕਿ ਕੀ ਮੰਡੀ ਬੋਰਡ ਨੇ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਨੇ, ਉਹ ਖੇਤੀ ਕਾਨੂੰਨ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ। ਮੰਡੀ ਬੋਰਡ ਦੇ ਵਿੱਚ ਬਿਨਾਂ ਲਾਇਸੈਂਸ ਬਿਨਾਂ ਫੀਸ ਤੋਂ ਕਿੰਨੂ ਦੀ ਖਰੀਦ ਹੋ ਰਹੀ ਹੈ। ਜਦੋਂ ਇਸ ਸੰਬੰਧੀ ਫੀਸ ਦਾ ਹਵਾਲਾ ਦਿੱਤਾ ਗਿਆ, ਫੀਸ ਲੈਣ ਦੇ ਬਾਰੇ ਮੰਗਿਆ ਗਿਆ, ਤਾਂ ਫਰਮ ਨੇ ਨਵੇਂ ਕਾਨੂੰਨਾਂ ਦਾ ਹਵਾਲਾ ਦੇ ਦਿੱਤਾ। ਜਿਹੜੀ ਸੀਗੀ ਹਿੰਦੁਸਤਾਨ ਫਾਰਮ ਡਾਇਰੈਕਟ ਪ੍ਰਾਈਵੇਟ ਲਿਮਟਿਡ, ਜਿਹੜੀ ਕਿ ਡੀਸੀ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਹਾਈ ਕੋਰਟ ਵਿਖੇ ਅਪਰੋਚ ਕੀਤੀ, ਤਾਂ ਜਿੱਥੋਂ ਮਾਮਲਾ ਇਹ ਸਾਰਾ ਮੇਰੇ ਧਿਆਨ ਵਿੱਚ ਆਇਆ, ਤਾਂ ਉਸ ਤੋਂ ਬਾਅਦ ਮੈਂ ਜਦੋਂ ਕੰਪਨੀ ਨੂੰ ਪਰਮਿਸ਼ਨ ਮਿਲ ਗਈ ਤਾਂ ਮੈਂ ਉਸ ਦੀ ਜਾਣਕਾਰੀ ਲੈਣ ਵਾਸਤੇ ਸਕੱਤਰ ਮਾਰਕੀਟ ਕਮੇਟੀ ਹੋਰ ਨੂੰ ਅਪਰੋਚ ਕੀਤਾ। ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਕੰਪਨੀ ਕੋਲੇ ਨਾ ਤਾਂ ਖਰੀਦ ਦਾ ਲਾਇਸੈਂਸ ਹੈ ਤੇ ਨਾ ਹੀ ਕੰਪਨੀ ਨੇ ਕੋਈ ਵੀ ਆਰਡੀਐਫ ਜਾਂ ਮੰਡੀ ਫੀਸ ਭਰੀ ਹੈ, ਤੇ ਇਸ ਕਰਕੇ ਕੰਪਨੀ ਨੇ ਕੋਈ ਵੀ ਕਿਸੇ ਤਰੀਕੇ ਦਾ ਕਾਗਜ਼ੀ ਕਾਰਵਾਈ ਪੂਰਨ ਤੌਰ ਤੇ ਨਹੀਂ ਕੀਤੀ। ਤੇ ਉਧਰ ਕਾਂਗਰਸੀ सांसद ਰਵਨੀਤ ਬਿੱਟੂ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਹੈ, ਤਾਂ ਉਧਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਚਾਹੇ ਮੰਡੀ ਬੋਰਡ ਆ ਚਾਹੇ ਡਿਸਟ੍ਰਿਕਟ ਆ, ਉਹ ਅਸੀਂ ਕੋਰਟ ਦੇ ਵਿੱਚ ਇਖਤਿਆਸਾ ਜਿਹੜਾ ਉਹਨਾਂ ਦੇ ਉਲਟਾ ਜਿਹੜਾ ਉਹ ਅਸੀਂ ਪਾਤਾ ਏ, ਤੇ 100% ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਇਹ ਜਿਹੜਾ ਗਲਤ ਗਮਰਾਹਕੀਨ ਪ੍ਰੋਪਗੈਂਡਾ ਕੀਤਾ ਜਾ ਰਿਹਾ, ਬਿਲਕੁਲ ਵੀ ਐਸੀ ਕੋਈ ਬਿੱਲਾਂ ਦੇ ਨਾ ਲਾਗੂ ਹੋਏ ਨੇ ਨਾ ਹੋਣਗੇ। ਮੈਂ ਉਹੀ ਕਹਿ ਰਿਹਾ ਨਾ ਜੀ, ਉਹ 2 ਕਰੋੜ ਦੇ ਕਰੀਬ ਮੰਡੀ ਫੀਸ ਸੀਗੀ। ਮੰਡੀ ਫੀਸ ਇਹਨਾਂ ਨੇ ਉਹਨਾਂ ਤੋਂ ਉਸ ਜਿਹੜੀ ਮਾਰਕੀਟ ਕਮੇਟੀ ਅਬੋਹਰ ਆ ਉਹਨਾਂ ਨੇ ਮੰਗੀ ਉਸ ਫਰਮ ਤੋਂ। ਉਸ ਫਰਮ ਨੇ ਕਿਹਾ ਵੀ ਨਵੇਂ ਕਾਨੂੰਨਾਂ ਦੇ ਅਨੁਸਾਰ ਤਾਂ ਬਣਦੀ ਨਹੀਂ ਹੈ, ਤਾਂ ਇਹਨਾਂ ਨੇ ਪੱਤਰ ਲਿਖ ਕੇ ਉਹਨਾਂ ਨੂੰ ਕਿਹਾ ਵੀ ਨਹੀਂ ਬਣਦੀ, ਛੱਡ ਦਿੱਤੀ ਗਈ ਹੈ। ਸੋ ਇਹਦਾ ਮਤਲਬ ਉਹ ਕਾਨੂੰਨ ਇਹਨਾਂ ਨੇ ਆਪ ਮੰਨ ਲਿਆ। ਇੱਥੇ ਜੇ ਪੰਜਾਬ ਸਰਕਾਰ ਮੰਨੀ ਜਾਂਦੀ ਹੈ, ਦੂਜੇ ਪਾਸੇ ਉੱਥੇ ਦਿੱਲੀ ਜਾ ਕੇ ਧਰਨੇ ਦੇਈ ਜਾਂਦੀ ਹੈ, ਕਿ ਮਤਲਬ ਸੇ ਦੋਗਲੇ ਚਿਹਰੇ ਇਹ ਹੁਣ ਨਹੀਂ ਚੱਲਣੇ ਮੁੱਖ ਮੰਤਰੀ ਸਾਹਿਬ। ਤੇ ਗੱਲ ਕਰਦੇ ਹਾਂ ਮਾਨਸਾ ਦੀ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੱਸ ਸਟੈਂਡ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਪਿੰਡ ਵਿੱਚ ਖਰੀਦ ਕੇਂਦਰ ਬੰਦ ਕਰਨ ਦਾ ਵਿਰੋਧ ਕਰ ਰਹੇ ਨੇ। ਕਿਸਾਨਾਂ ਨੇ ਕਿਹਾ ਪੰਜਾਬ ਸਰਕਾਰ ਨੇ ਫਰਮਾਨ ਜਾਰੀ ਕਰਕੇ ਕਈ ਖਰੀਦ ਕੇਂਦਰ ਬੰਦ ਕਰ ਦਿੱਤੇ ਨੇ, ਜਦਕਿ ਕਈ ਕਿਸਾਨਾਂ ਨੇ ਅਜੇ ਫਸਲ ਨਹੀਂ ਵੇਚੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚੱਲਦਿਆਂ ਮਾਨਸਾ ਦੇ ਵਿੱਚ ਕਿਸਾਨਾਂ ਨੇ ਬੱਸ ਸਟੈਂਡ ਦਾ ਘਿਰਾਓ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ। ਅੱਜ ਸਾਨੂੰ ਅਚਾਨਕ ਜਿਹੜਾ ਬੱਸ ਅੱਡਾ ਘੇਰਨਾ ਪਿਆ, ਕਿਉਂਕਿ ਪੰਜਾਬ ਸਰਕਾਰ ਨੇ ਕੱਲ ਲਿਖਤੀ ਆਦੇਸ਼ ਦੇ ਕੇ ਅਧਿਕਾਰੀਆਂ ਨੂੰ ਇਹ ਹੁਕਮ ਦਿੱਤਾ ਹੈ ਕਿ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਪਿਆ, ਪਿੰਡੂ ਮੰਡੀਆਂ ਦੇ ਵਿੱਚ, ਉਹਦੀ ਖਰੀਦ ਬੰਦ ਕਰ ਦਿਓ। ਮੰਡੀਆਂ ਦੇ ਵਿੱਚ ਜਿਹੜੇ ਪਿੰਡੂ ਸੈਂਟਰ ਨੇ, ਦਾਣਾ ਮੰਡੀ ਹੈ, ਉਹਨਾਂ 'ਚ ਬਹੁਤ ਜ਼ਿਆਦਾ ਝੋਨਾ ਪਿਆ ਹੈ। ਜੇ ਖੇਤਾਂ ਦੇ ਵਿੱਚ ਵੀ ਕੁਝ ਥਾਵਾਂ 'ਤੇ ਝੋਨਾ ਵੱਢਣ ਵਾਲਾ ਖੜਾ ਹੈ, ਤਾਂ ਜੇ ਸਰਕਾਰ ਦਾ ਇਹ ਕਿਸਾਨ ਵਿਰੋਧੀ ਫੈਸਲਾ ਹੈ, ਤਾਂ ਕਿਸਾਨ ਆਪਦੀ ਜੀਰੀ ਨੂੰ ਲੈ ਕੇ ਕਿੱਥੇ ਜਾਊਗਾ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਕੇਂਦਰ ਸਰਕਾਰ ਤੇ ਵੱਡਾ ਬਿਆਨ ਦਿੰਦਿਆਂ ਜਥੇਦਾਰ ਨੇ ਕਿਹਾ, ਕੇਂਦਰ ਸਰਕਾਰ ਲੋਕਤੰਤਰਿਕ ਤਰੀਕੇ ਦੇ ਨਾਲ ਚੁਣੀ ਹੋਈ ਸਰਕਾਰ ਨਹੀਂ ਹੈ, ਬਲਕਿ ਕੇਂਦਰ ਦੀ ਸਰਕਾਰ ਈਵੀਐਮ ਦੀ ਸਰਕਾਰ ਹੈ। ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਈਵੀਐਮ ਦੇ ਨਾਲ ਹੀ ਸਰਕਾਰ ਬਣਦੀ ਰਹੇਗੀ। ਜਥੇਦਾਰ ਨੇ ਕਿਹਾ, ਸਿੱਖਾਂ ਨੂੰ ਇਕੱਠਿਆਂ ਹੋਣਾ ਹੋਵੇਗਾ, ਇਹਨਾਂ ਤਾਕਤਾਂ ਦੇ ਨਾਲ ਲੜਨਾ ਹੋਵੇਗਾ, ਤਾਂ ਕੇਂਦਰ ਸਰਕਾਰ ਤੇ ਇੱਕ ਵੱਡਾ ਹਮਲਾ ਜ਼ਰੂਰ ਕਹਿ ਸਕਦੇ ਆ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ। ਉਹਨਾਂ ਕਿਹਾ ਕਿ ਜੋ ਕੇਂਦਰ ਦੀ ਸਰਕਾਰ ਹੈ ਉਹ ਲੋਕਤੰਤਰਿਕ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਨਹੀਂ ਚੁਣੀ ਗਈ, ਬਲਕਿ ਈਵੀਐਮ ਦੇ ਵੱਲੋਂ ਚੁਣੀ ਗਈ ਹੈ। ਲੋਕਤੰਤਰਿਕ ਢੰਗ ਦੇ ਨਾਲ ਇਸ ਸਰਕਾਰ ਦੀ ਚੋਣ ਨਹੀਂ ਹੋਈ ਹੈ, ਤੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੀ ਈਵੀਐਮ ਦੇ ਨਾਲ ਹੀ ਸਰਕਾਰ ਬਣਦੀ ਰਹੇਗੀ, ਜਿਸ ਲਈ ਸਿੱਖਾਂ ਨੂੰ ਇਕੱਠਿਆਂ ਹੋ ਕੇ ਇਹਨਾਂ ਤਾਕਤਾਂ ਦੇ ਨਾਲ ਲੜਨਾ ਹੋਵੇਗਾ। ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਕੱਠੇ ਹੋਣ ਦੀ ਲੋੜ ਇਸ ਕਰਕੇ ਹੈ ਕਿ ਹਿੰਦੁਸਤਾਨ ਦੇ ਉੱਤੇ ਕਾਬਜ਼ ਜਿਹੜੀ ਹੈ ਲੋਕਤੰਤਰਕ ਸਰਕਾਰ ਨਹੀਂ ਹੈ,
ਬਲਕਿ ਈਵੀਐਮ ਦੇ ਰਾਹੀਂ ਕਾਬਜ ਹੋਈ ਸਰਕਾਰ ਹੈ ਔਰ ਇਹਨੇ ਅਗਲੇ ਪਤਾ ਨਹੀਂ ਕਿੰਨੇ ਕੁ ਸਾਲ ਈਵੀਐਮ ਦੇ ਰਾਹੀਂ ਕਾਬਜ ਰਹਿਣਾ ਕੋਈ ਪਤਾ ਨਹੀਂ ਹੈ। ਜੇ ਅਸੀਂ ਇਕੱਠੇ ਨਾ ਹੋਏ ਤੇ ਸਾਨੂੰ ਖੱਖੜੀਆਂ ਕਰੇਲੇ ਕਰ ਦੇਗੀ ਹੋ ਰਹੇ। ਇਸ ਕਰਕੇ ਜ਼ਰੂਰਤ ਹੈ ਇਸ ਗੱਲ ਦੀ ਕਿ ਛੋਟੇ ਛੋਟੇ ਮਤਭੇਦ ਭੁਲਾ ਕੇ, ਛੋਟੇ ਛੋਟੇ ਵਿਤਕਰੇ ਭੁਲਾ ਕੇ ਅਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ। ਤਾਂ ਇਹ ਬਿਆਨ ਦਿੱਤਾ ਗਿਆ ਜਥੇਦਾਰ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ, ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ 100 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕਈ ਧਾਰਮਿਕ ਤੇ ਸਿਆਸੀ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ। ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਵਿਸ਼ੇਸ਼ ਸਮਾਗਮਾਂ ਦੌਰਾਨ ਸੁਖਬੀਰ ਬਾਦਲ ਬੋਲੇ, ਗੋਬਿੰਦ ਸਿੰਘ ਲੌਂਗੋਵਾਲ ਵੀ ਬੋਲੇ, ਜਿਨ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ। ਸੁਖਬੀਰ ਬਾਦਲ ਨੇ ਧਾਰਮਿਕ ਸੰਸਥਾਵਾਂ ਨੂੰ ਵਿਰੋਧੀਆਂ ਤੋਂ ਖਤਰਾ ਦੱਸਿਆ ਤਾਂ ਉੱਥੇ ਹੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਤੇ ਅਗਲੇ ਵਿਜ਼ਨ ਤੋਂ ਵੀ ਵਾਕਿਫ ਕਰਵਾਇਆ। ਜਦੋਂ ਵੀ ਕੋਈ ਸਰਕਾਰਾਂ ਆਈਆਂ, ਭਾਵੇਂ ਉਹ ਅਕਾਲੀ ਸੀ, ਭਾਵੇਂ ਉਹ ਮੀਰ ਮੁੰਨੀ ਸੀ, ਔਰ ਉਹਨਾਂ ਸਾਰਿਆਂ ਨੇ ਇਹ ਸਾਡੇ ਸ਼ਕਤੀ ਦੇ ਜਿਹੜੇ ਸੋਮੇ ਸੀ ਔਰ ਗੁਰਦੁਆਰਾ ਸਾਹਿਬ, ਇਹਨਾਂ ਨੂੰ ਤਹਿਸ ਨਹਿਸ ਕਰਨ ਦੀਆਂ ਹਮੇਸ਼ਾ ਉਹਨਾਂ ਨੇ ਯਤਨ ਕੀਤੇ। ਲੇਕਿਨ ਇੱਥੇ ਹੀ ਬਸ ਨਹੀਂ ਹੈ। ਲੇਕਿਨ ਜਦੋਂ ਵੀ ਐਸੀ ਕੋਈ ਘਟਨਾ ਵਾਪਰੀ ਸੀ, ਹਮੇਸ਼ਾ ਖਾਲਸਾ ਪੰਥ ਜਿਹੜਾ ਸੀ ਉਹ ਅੱਗੇ ਨਾਲੋਂ ਵੀ ਤਕੜਾ ਹੋ ਕੇ ਨਿਕਲਦਾ ਸੀ। ਉਹਨਾਂ ਦਾ ਨਿਸ਼ਾਨਾ ਸੀ ਜਿਹੜੀ ਤਾਕਤ ਕੌਮ ਨੂੰ ਮਿਲਦੀ ਹੈ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ, ਆਪਣੇ ਇਕੱਠ ਤੋਂ ਮਿਲਦੀ ਹੈ, ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣਾ ਪਾਰਲੀਮੈਂਟ ਹੈ, ਜਿਹੜੀ ਕੌਮ ਨੂੰ ਇਕੱਠਾ ਰੱਖੀ ਬੈਠਾ ਹੈ, ਉਹ ਪਾਰਲੀਮੈਂਟ ਤੋਂ ਮਿਲਦੀ ਹੈ। ਨਿਸ਼ਾਨਾ ਬਣ ਗਿਆ ਕਾਂਗਰਸ ਦਾ ਕਿ ਇਸ ਪਾਰਲੀਮੈਂਟ, ਕੌਮ ਦੀ ਪਾਰਲੀਮੈਂਟ ਨੂੰ ਤੋੜਿਆ ਜਾਏ ਜਾਂ ਕਬਜ਼ਾ ਕੀਤਾ ਜਾਏ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ, ਤੁਹਾਨੂੰ ਯਾਦ ਹੈ ਕਿਵੇਂ ਆਪਣੇ ਮੈਂਬਰਾਂ ਦੇ ਖਿਲਾਫ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਵਧਾਈ ਦਿੰਦੇ ਆਪਣੀ ਕੌਮ ਨੇ ਡਟ ਕੇ ਲੜਾਈ ਲੜੀ। ਤੇ ਲਗਾਤਾਰ ਇਹਨਾਂ 100 ਸਾਲਾਂ ਵਿੱਚ ਵੀ ਤਰ੍ਹਾਂ ਦੇ ਹਮਲੇ ਕੀਤੇ ਗਏ ਸਿੱਖ ਪੰਥ ਦੇ ਉੱਤੇ, ਸਿੱਖ ਕੌਮ ਦੇ ਉੱਤੇ। ਗੁਰਦੁਆਰਾ ਕਮੇਟੀ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਵੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਬਾਹਰ ਤੇ ਅੰਦਰ ਹਰ ਪੱਖੋਂ ਇਸ ਕਮੇਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਸਥਾ ਦਾ ਆਦਰ ਸਤਿਕਾਰ ਬਰਕਰਾਰ ਰੱਖਣ ਵਾਸਤੇ ਅੱਜ ਮੈਂ ਸਿੱਖ ਕੌਮ ਨੂੰ ਆਹੀ ਬੇਨਤੀ ਕਰਾਂਗੀ, ਆ ਨਾ ਦੇਖੀਏ ਕਿ ਇਸ ਸੰਸਥਾ 'ਚ ਕੀ ਘਾਟ ਕਮੀ ਹੈ, ਆਪਣੇ ਵਿੱਚ ਘਾਟ ਕਮੀ ਦੇਖੀਏ ਕਿ ਅਸੀਂ ਇਸ ਸੰਸਥਾ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਕੀ ਨਹੀਂ ਕਰ ਸਕਿਆ। ਤੇ ਇਸ ਸੰਸਥਾ ਨੂੰ ਜਿੰਨੀ ਅਸੀਂ ਮਜ਼ਬੂਤ ਕਰਾਂਗੇ ਉਨੀ ਹੀ ਸਾਡੀ ਕੌਮ ਮਜ਼ਬੂਤ ਹੋਊਗੀ। ਤੇ ਗੱਲ ਕਰਦੇ ਹਾਂ ਪਠਾਨਕੋਟ ਤੋਂ। ਕਾਂਗਰਸ ਦੇ ਵਿਧਾਇਕ ਅਮਿਤ ਵਿਜ ਦੀ, ਜਿਨ੍ਹਾਂ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ। ਹਿੰਦੂ ਕੋਆਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਨੇ ਅਮਿਤ ਵਿਜ ਦੇ ਘਰ ਦਾ ਘਿਰਾਓ ਕੀਤਾ। ਦਰਅਸਲ 5 ਮਹੀਨਿਆਂ ਤੋਂ ਆਪਣੇ ਹੀ ਪੈਸਿਆਂ ਦੀ ਮੰਗ ਇਹਨਾਂ ਖਾਤਾ ਧਾਰਕਾਂ ਵੱਲੋਂ ਕੀਤੀ ਜਾ ਰਹੀ ਹੈ। ਆਰਬੀਆਈ ਨੇ ਬੈਂਕ ਦੇ ਵਿੱਚ ਘਾਟੇ ਨੂੰ ਲੈ ਕੇ ਲੈਣ ਦੇਣ ਬੰਦ ਕੀਤਾ ਸੀ ਤੇ ਵਿਧਾਇਕ ਅਮਿਤ ਵਿਜ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਬੈਂਕ ਦਾ ਰਲੇਵਾਂ ਕਰਕੇ ਜਨਵਰੀ ਦੇ ਵਿੱਚ ਇਸ ਨੂੰ ਖੋਲ੍ਹਿਆ ਜਾਵੇਗਾ, ਪਰ ਅਜੇ ਤੱਕ ਇਹਨਾਂ ਖਾਤਾ ਧਾਰਕਾਂ ਨੂੰ ਪੈਸਾ ਨਹੀਂ ਮਿਲਿਆ। 5 ਮਹੀਨਿਆਂ ਤੋਂ ਆਪਣੇ ਹੀ ਪੈਸੇ ਦੀ ਮੰਗ ਕਰ ਰਹੇ ਨੇ, ਜਿਸ ਲਈ ਇਸ ਵਿਧਾਇਕ ਅਮਿਤ ਵਿਜ ਜੋ ਪਠਾਨਕੋਟ ਤੋਂ ਕਾਂਗਰਸ ਦੇ ਵਿਧਾਇਕ ਨੇ, ਇਹਨਾਂ ਦੇ ਘਰ ਦਾ ਘਿਰਾਓ ਇਹਨਾਂ ਖਾਤਾ ਧਾਰਕਾਂ ਵੱਲੋਂ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਅੱਜ ਉਹਨਾਂ ਨੇ ਜੋ ਸਾਨੂੰ ਗੱਲ ਕਹੀ ਹੈਗੀ ਆ ਕਿ 31 ਦਸੰਬਰ ਤੱਕ ਆਰਬੀਆਈ ਨੇ ਸਾਡੇ ਕੋਲ, ਮਤਲਬ ਆਰਬੀਆਈ ਨੇ ਕਿਹਾ 31 ਦਸੰਬਰ ਤੱਕ ਜਿੰਨੀ ਵੱਧ ਤੋਂ ਵੱਧ ਤੁਹਾਡੇ ਕੋਲ ਰਿਕਵਰੀ ਹੋ ਜਾਂਦੀ ਆ ਉਦੋਂ ਹੀ ਕਰ ਲਓ। ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਤੁਹਾਡਾ ਬੈਂਕ ਜਿਹੜਾ ਉਹ ਮਰਜ ਕਰ ਦਿੱਤਾ ਜਾਏਗਾ ਤੇ ਤੁਹਾਡੇ ਪੈਸੇ ਜਿਹੜੇ ਉਹ ਹਰੇ ਹੋ ਜਾਣਗੇ। ਉਹ ਹੁਣ ਇਹ ਦੇਖਣਾ ਕਿ ਲੋਹੜੀ ਤੋਂ ਪਹਿਲਾਂ ਸਾਡਾ ਹੱਲ ਹੁੰਦਾ ਕਿ ਨਹੀਂ ਹੁੰਦਾ। ਐਮਐਲਏ ਸਾਹਿਬ ਨੇ ਸਾਨੂੰ ਜੋ ਬਿਆਨ, ਜੋ ਆਸ਼ਵਾਸਨ ਦਿੱਤਾ ਉਹ ਇਹੋ ਹੀ ਹੈਗਾ ਕਿ ਆਰਬੀਆਈ ਨੇ ਕੰਡੀਸ਼ਨ ਲਗਾਤੀ ਸੀ ਬੰਦ ਕਰਨ ਦੀ। ਹੁਣ 50,000 ਵਿਡਰਾ ਹੋ ਸਕਦਾ ਹੈ। ਸਾਡਾ 45 ਕਰੋੜ ਅਸੀਂ ਰਿਕਵਰ ਕੀਤਾ ਹੈ। 100 ਲੋਕ ਅਸੀਂ ਡੈਪੂਟੇਸ਼ਨ ਤੇ ਭੇਜੇ ਨੇ। ਹੁਣ 31 ਦਸੰਬਰ ਤੱਕ ਫਾਈਨਲ ਹੈ ਕਿ 31 ਦਸੰਬਰ ਤੱਕ ਮੈਕਸਿਮਮ ਰਿਕਵਰੀ ਕਰ ਲਈਏ। ਉਹਦੇ ਵਾਸਤੇ ਅਸੀਂ ਪ੍ਰਾਪਰਟੀਜ਼ ਪੋਜੈਸ਼ਨ 'ਚ ਲੈ ਰਹੇ ਹਾਂ। 31 ਦਸੰਬਰ ਤੱਕ ਮੈਨੂੰ ਲੱਗਦਾ ਸੀਐਮ ਸਾਹਿਬ ਤੇ ਸਾਡੇ ਕੈਬਨਿਟ ਮਿਨਿਸਟਰ ਹੈ ਸੁਖੀ ਰੰਧਾਵਾ ਜੀ, ਅਸੀਂ ਮਿਲ ਕੇ ਇਹ ਡਿਸੀਜਨ ਲੈ ਲਾਂਗੇ ਮਰਜਰ ਦਾ। ਉਸ ਤੋਂ ਬਾਅਦ ਇਹ ਬੈਂਕ ਓਪਨ ਹੋ ਜਾਏਗਾ। ਤੇ ਗੱਲ ਕਰਦੇ ਹਾਂ ਕਪੂਰਥਲਾ ਦੀ, ਜਿੱਥੇ ਰਾਜਕੁਮਾਰ ਵੱਲੋਂ ਖੁਦਕੁਸ਼ੀ ਦੇ ਮਾਮਲੇ 'ਚ ਪੁਲਿਸ ਨੇ 3 ਦਿਨਾਂ ਬਾਅਦ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਮੁੱਖ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ ਹੈ। ਦਰਅਸਲ ਸ਼ਾਲੀਮਾਰ ਪਰਿਸਰ ਦੇ ਵਿੱਚ ਰਾਜਕੁਮਾਰ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਹੁਣ ਪੁਲਿਸ ਨੇ ਫੇਸਬੁੱਕ ਲਾਈਵ ਵੀਡੀਓ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਹੈ ਤਾਂ ਉੱਥੇ ਹੀ ਫੇਸਬੁੱਕ ਤੋਂ ਲਾਈਵ ਵੀਡੀਓ ਡਿਲੀਟ ਕਰਨ ਦੇ ਮਾਮਲੇ 'ਚ ਸਾਈਬਰ ਸੈੱਲ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ। ਤਾਂ ਰਾਜਕੁਮਾਰ ਖੁਦਕੁਸ਼ੀ ਮਾਮਲੇ ਦੇ ਵਿੱਚ 3 ਦਿਨ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ ਹੈ।
ਘਰ ਦੀ ਪਰੇਸ਼ਾਨੀ ਹੈ ਜੀ ਤੇ ਬਾਅਦ ਦੇ ਵਿੱਚ ਸਾਨੂੰ ਤਾਂ ਉੱਥੋਂ ਕੈਨੇਡਾ ਤੋਂ ਫੋਨ ਆਇਆ ਹੈ ਜੀ। ਭੈਣ ਜਿਹੜੀ ਉਹ ਕੈਨੇਡਾ ਰਹਿੰਦੀ, ਜਿਹੜੀ ਸਾਡੀ ਭਰਜਾਈ ਆ, ਉਹਨਾਂ ਨੇ ਦੱਸਿਆ ਵੀ ਆ ਉੱਥੇ ਵਾਰਦਾਤ ਹੋਈ ਆ ਇਸ ਤਰੀਕ, ਤਾਂ ਕਰਕੇ ਸਾਨੂੰ ਫਿਰ ਅਸੀਂ ਉਹਦੇ ਕੰਮ ਲਈ ਆਏ ਹਾਂ। ਮਾਮਲਾ ਕੋਈ ਘਰ ਦਾ ਉਹਨਾਂ ਦਾ ਆਪਣੀ ਜਨਾਨੀ ਨਾਲ ਕੋਈ ਪਰੇਸ਼ਾਨੀ ਹੈ, ਕੋਈ ਪ੍ਰੋਬਲਮ ਹੋਊਗੀ ਘਰ ਦੀ, ਇਹ ਸਾਨੂੰ ਇਹਦੇ ਬਾਰੇ ਕੋਈ ਬਾਹਲਾ ਪਤਾ ਨਹੀਂ ਹੈਗਾ। ਉਹਨੇ ਉਹ ਨੈੱਟ 'ਤੇ ਜਾਂ ਵੀਡੀਓ ਕੁਛ ਉਹਨੇ ਵਾਇਰਲ ਕੀਤੀਆਂ ਹੋਈਆਂ, ਉਹਨਾਂ ਤੋਂ ਸਾਰਾ ਪ੍ਰਸ਼ਾਸਨ ਨੂੰ ਵੀ ਪਤਾ ਹੈਗਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਲਾਕਡਾਊਨ 'ਚ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਸੋਨੂ ਸੂਦ ਦੀ ਖੂਬ ਸ਼ਲਾਘਾ ਹਰ ਪਾਸੇ ਹੋਈ। ਹੁਣ ਸੋਨੂ ਸੂਦ ਪੰਜਾਬ 'ਚ ਲੋਕਾਂ ਨੂੰ ਵੋਟਾਂ ਪਾਉਣ ਦੇ ਲਈ ਜਾਗਰੂਕ ਕਰਦੇ ਨਜ਼ਰ ਆਉਣਗੇ। ਜੀ ਹਾਂ, ਦੇਖੋ ਇਸ ਰਿਪੋਰਟ ਤੇ ਰਾਹੀਂ। ਸੋਨੂ ਸੂਦ ਦਾ ਨਾਮ ਜਹਨ ਦੇ ਵਿੱਚ ਆਉਂਦੇ ਹੀ ਫਿਲਮੀ ਦੁਨੀਆ ਦਾ ਉਹ ਵਿਲਨ ਨਜ਼ਰਾਂ ਦੇ ਸਾਹਮਣੇ ਆ ਜਾਂਦਾ ਹੈ ਜਿਸ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ। ਪਰ ਕੋਰੋਨਾ ਕਾਲ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਸੋਨੂ ਸੂਦ ਵਿਲਨ ਨਹੀਂ ਬਲਕਿ ਹੀਰੋ ਬਣ ਕੇ ਉੱਭਰੇ ਨੇ। ਖਾਸ ਤੌਰ ਤੇ ਲਾਕਡਾਊਨ ਦੇ ਵਿੱਚ ਇਸ ਅਦਾਕਾਰ ਨੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਜਿਸ ਤਰੀਕੇ ਦੇ ਨਾਲ ਮਦਦ ਕੀਤੀ, ਉਹਨਾਂ ਦੇ ਲਈ ਉਹ ਮਸੀਹਾ ਸਾਬਤ ਹੋਏ ਅਤੇ ਹੁਣ ਸੋਨੂ ਸੂਦ ਜਲਦੀ ਪੰਜਾਬ ਦੇ ਵਿੱਚ ਚੋਣਾਂ ਸੰਬੰਧੀ ਜਾਗਰੂਕਤਾ ਫੈਲਾਉਂਦੇ ਨਜ਼ਰ ਆਉਣਗੇ। ਚੋਣ ਕਮਿਸ਼ਨ ਨੇ ਉਹਨਾਂ ਨੂੰ ਪੰਜਾਬ ਰਾਜ ਦਾ ਸਟੇਟ ਆਈਕਨ ਬਣਾਇਆ ਹੈ। ਇਸ ਵਾਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤਾ ਹੈ ਆਪਣਾ ਪੰਜਾਬ ਸਟੇਟ ਆਈਕਨ ਤੁਸੀਂ ਬਣਨੇ ਵਿੱਚ ਇੰਟਰਸਟਿਡ ਹੈ ਕਿ, ਕਿਉਂਕਿ ਇਹਦੇ ਵਿੱਚ ਅਸੀਂ ਪੂਰਾ ਪੰਜਾਬ ਦੇ ਵਿੱਚ ਜਿੰਨਾ ਵੀ ਵੋਟਰਸ ਹੈ ਉਹਨਾਂ ਨੂੰ ਅਵੇਅਰ ਕਰਨੇ ਵਾਸਤੇ ਫਿਰ ਇਹਨਾਂ ਦਾ ਅਸੀਂ ਵਰਤ ਸਕਦੇ ਹਾਂ। ਸੋ ਸੋਨੂ ਸੂਦ ਸਾਹਿਬ ਨੇ ਗ੍ਰੇਸਫੁਲੀ ਆਪਣਾ ਕੰਸੈਂਟ ਦਿੱਤਾ। ਕੰਸੈਂਟ ਫਾਰਮ ਇੱਕ ਤਰੀਕਾ ਆਪਣਾ ਡਿਕਲੇਰੇਸ਼ਨ ਹੁੰਦਾ ਹੈ, ਉਸ ਨੂੰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ ਹੈ ਔਰ ਇਲੈਕਸ਼ਨ ਕਮਿਸ਼ਨ ਫਾਰਮਲੀ ਸਾਨੂੰ ਅਪਰੂਵਲ ਦਿੱਤਾ ਹੈ। ਵਿਧਾਨ ਸਭਾ ਚੋਣਾਂ ਵਿੱਚ ਲੋਕ ਜ਼ਿਆਦਾ ਤੋਂ ਜ਼ਿਆਦਾ VOTING ਕਰਨ, ਇਸ ਦੇ ਲਈ ਸੋਨੂ ਸੂਦ ਵੋਟਰਾਂ ਨੂੰ ਜਾਗਰੂਕ ਕਰਨਗੇ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਣ ਵਾਲੇ ਸੋਨੂ ਸੂਦ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਪੰਜਾਬੀ ਸਮੇਤ ਭਾਰਤੀ ਭਾਸ਼ਾਵਾਂ ਵਿੱਚ ਬਣੀਆਂ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਸੋਨੂ ਸੂਦ ਦੇ ਨਾਲ-ਨਾਲ ਗੁਰਦਾਸ ਮਾਨ ਤੇ ਅਭਿਨਵ ਬਿੰਦਰਾ ਨੂੰ ਵੀ ਸਟੇਟ ਆਈਕਨ ਬਣਾਇਆ ਗਿਆ ਹੈ। ਸੋਨੂ ਸੂਦ ਦੇ ਨਾਲ-ਨਾਲ ਕੀ ਅਭਿਨਵ ਬਿੰਦਰਾ ਔਰ ਗੁਰਦਾਸ ਮਾਨ ਦਾ ਵੀ ਉਨਾ ਹੀ ਰੋਲ ਰਹੇਗਾ, ਕਿਉਂਕਿ ਪਹਿਲਾਂ ਉਹਨਾਂ ਨੂੰ ਵੀ ਆਈਕਨ ਲਗਾਇਆ ਗਿਆ। ਬਹੁਤ ਵੱਡਾ ਰੋਲ ਹੈ ਉਹਨਾਂ ਦਾ, ਉਹ ਵੀ ਆਈਕਨ ਨੇ ਬਹੁਤ ਸਾਡੇ। ਉਹ ਅਭੀ ਤੱਕ 2 ਸਟਾਰਸ ਨੇ, ਅਭੀ ਇੱਕ ਤੀਸਰਾ ਸਟਾਰ ਜੁੜ ਗਿਆ ਸਾਡਾ। ਸੋਨੂ ਸੂਦ ਨੂੰ ਸਟੇਟ ਆਈਕਨ ਬਣਾਉਣ ਤੇ ਰਾਜਪਾਲ VP ਸਿੰਘ ਬਦਨੌਰ ਨੇ ਟਵੀਟ ਕਰਕੇ ਇਸ ਅਦਾਕਾਰ ਨੂੰ ਵਧਾਈ ਦਿੱਤੀ ਤੇ ਨਾਲ ਹੀ ਕੋਰੋਨਾ ਕਾਲ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਵੀ ਸੋਨੂ ਸੂਦ ਦੀ ਤਾਰੀਫ ਕੀਤੀ। ਪੰਜਾਬ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਇਸ ਦੇ ਲਈ ਚੋਣ ਕਮਿਸ਼ਨ ਨੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਕੋਈ ਵੀ ਵੋਟਰ ਵੋਟ ਪਾਉਣ ਤੋਂ ਨਾ ਰਹਿ ਜਾਏ, ਇਸ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18।